गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की एक अमोलक लिखत आप जी नूं पढ़ के सरवण करा रही सी, जिस दा सिरलेख है सुंदरी। आओ उसका तीजा ते चौथा कांड सरवण करन दी कोशिश करिए जी। तीजा कांड। सूरज देवता बदलों विच लुके हुए हैं। बदलों के दलों के दल बेमुहारी फौज वांग आसमान उत्ते फिर रहे हैं। पाउण दी चाल भी आश्चर्य है। किसे वेले भड़थू पाउंदी, घट्टा उडाउंदी, जोर दी वगदी है। किसे वेले चुपाती हो सहजे सहजे रुमकण लग जाती है। मोल लोग शरई तंबे पहनी हरल हरल करदे फिर रहे हैं। निमाणे हटियां वाले सुस्त ते उदास बैठे दिसदे हैं। वड्डी मसीत विच अचरज हाल है। टोलियां दियां टोलियां कट्ठियां आउंदियां ते बहंदियां जांदियां हैं। मसीत दे बाहर हट्टां दे अगे दोही पासी कुछ को फौजी सिपाही शस्त्रधारी सनदबद्ध खड़े हैं। ਉਹ ਸਾਹਮਣੇ ਪਾਸੇ ਵੱਲੋਂ ਕੀ ਆਇਆ? ਇਹ ਇੱਕ ਪਾਲਕੀ ਦੀ ਅਸਵਾਰੀ ਹੈ ਜੋ ਚਾਰ ਵਗਾਰੀ ਫੜੇ ਹੋਏ ਬ੍ਰਾਹਮਣਾਂ ਦੇ ਮੋਢਿਆਂ ਉੱਤੇ ਧਰੀ ਹੈ। ਇਸ ਵਿੱਚ ਇੱਕ ਵੱਡੇ ਮੁੱਲਾ ਜੀ ਬਿਰਾਜਮਾਨ ਹਨ ਜੋ ਅੱਜ ਦੇ ਦਿਨ ਲਈ ਉਚੇਚੇ ਸੱਦੇ ਗਏ ਹਨ। ਮਸੀਤ ਦੇ ਬੂਹੇ ਅੱਗੇ ਆ ਕੇ ਮੁੱਲਾ ਜੀ ਉਤਰੇ ਤੇ ਅੰਦਰ ਵੜੇ। ਸਭ ਨੇ ਅਦਮ ਨਾਲ ਅੱਗੇ ਬਿਠਾਇਆ। ਇਹਨੇ ਨੂੰ 5-7 ਘੋੜੇ ਭਜਾਉਂਦੇ ਆਏ। ਮਗਰੋਂ ਨਵਾਬ ਸਾਹਿਬ ਦੀ ਅਸਵਾਰੀ ਪਹੁੰਚੀ। ਭਲਾ ਹੁਣ ਕੌਣ ਕੌਣ ਆਏ? ਇੱਕ ਪਾਲਕੀ ਬੰਦ ਹੈ, ਨਾਲ ਇੱਕ ਪੁਰਖ ਹੱਥਕੜੀ ਵੱਜੀ ਤੁਰਿਆ ਆਉਂਦਾ ਹੈ। ਤੇੜ ਮੈਲੀ ਕੱਛ ਹੈ, ਗਲ ਚਿੱਕੜ ਵਾਲਾ ਕੁੜਤਾ, ਸਿਰ ਉਤੇ ਨਿੱਕੀ ਪੱਗ ਜਿਸ ਵਿੱਚੋਂ ਕੇਸ ਖਿਲਰੇ ਹੋਏ ਹਨ। ਚਿਹਰਾ ਚਿੰਤਾ ਦਾ ਸ਼ਿਕਾਰ ਹੈ, ਪਰ ਅੱਖਾਂ ਲਾਲ ਹਨ ਜਿਨ੍ਹਾਂ ਵਿੱਚੋਂ ਕ੍ਰੋਧ ਦੇ ਬਾਣ ਨਿਕਲ ਰਹੇ ਹਨ। ਮਸੀਤ ਦੇ ਬੂਹੇ ਅੱਗੇ ਪਾਲਕੀ ਵਿੱਚ ਇੱਕ ਬੁਰਕੇ ਵਾਲੀ ਉਤਰੀ। ਦੋਵੇਂ ਜਣੇ ਮਸੀਤ ਵੜੇ। ਦੋਵੇਂ ਮੁੱਲਾਂ ਦੇ ਅੱਗੇ ਬਿਠਾਏ ਗਏ। ਮਸੀਤ ਇਸ ਵੇਲੇ ਭਰੀ ਹੋਈ ਸੀ। ਸਭ ਲੋਕ ਚੁੱਪ-ਵੱਟੀ ਤੱਕ ਰਹੇ ਸਨ ਕਿ ਮੁੱਲਾ ਸਾਹਿਬ ਇਉਂ ਬੋਲੇ, ਬਲਵੰਤ ਸਿੰਘ, ਕੀ ਤੂੰ ਦੀਨ ਇਸਲਾਮ ਨੂੰ ਖੁਸ਼ੀ ਨਾਲ ਕਬੂਲਦਾ ਹੈ? ਬਲਵੰਤ ਸਿੰਘ, ਮੈਂ ਮੌਤ ਖੁਸ਼ੀ ਨਾਲ ਕਬੂਲਦਾ ਹਾਂ। ਮੁੱਲਾ ਨਵਾਬ ਵੱਲ ਮੂੰਹ ਕਰਕੇ, ਇਹ ਵੱਡਾ ਮੂਜ਼ੀ ਹੈ, ਇਸ ਨੇ ਇਉਂ ਨਹੀਂ ਮੰਨਣਾ। ਇਸ ਨੂੰ ਜਾਂ ਤਾਂ ਕਤਲ ਕੀਤਾ ਜਾਵੇ ਜਾਂ ਜਬਰਨ। ਨਵਾਬ, ਹਾਂ ਪਿਛਲੀ ਗੱਲ ਅੱਛੀ ਹੈ। ਮੈਂ ਇਸ ਮਹਰੂ ਦੇ ਭਰਾ ਨੂੰ ਕਤਲ ਨਹੀਂ ਕਰਨਾ ਚਾਹੁੰਦਾ। ਮੁੱਲਾ, हजाम यानी नाई हाजिर है? नाई, हाँ हजूर। मुल्ला, इधर आओ और इसके बाल काटो। नाई, बहुत अच्छा। ਇਹ ਗੱਲ ਕਹਿ ਕੇ ਨਾਈ ਗੁਥਲੀ ਖੋਲ ਬੈਠਾ। ਭਾਵੇਂ ਸਿੰਘ ਬਹਾਦਰ ਦੇ ਹੱਥ ਜਕੜੇ ਹੋਏ ਸਨ, ਪਰ ਉਸ ਦਾ ਜ਼ੋਰ ਨਾਲ ਹਿੱਲਣਾ ਹੀ ਸੁਕੜੀ ਨਾਈ ਲਈ ਬਥੇਰਾ ਸੀ। ਇਹ ਹਾਲ ਵੇਖ ਚਾਰ ਸਿਪਾਹੀਆਂ ਨੇ ਬਲਵੰਤ ਸਿੰਘ ਨੂੰ ਫੜਿਆ ਔਰ ਨਾਈ ਹੋਰੀ ਫਿਰ ਆਏ। ਪਰ ਐਤਕੀ ਬੁਰਕੇ ਵਾਲੀ ਨੇ, ਜਿਸ ਦੇ ਹੱਥ ਪੈਰ ਬੱਧੇ ਹੋਏ ਨਹੀਂ ਸਨ, ਬੁਰਕਾ ਲਾ ਕੇ ਉਹ ਮਾਰਿਆ ਔਰ ਛੇਤੀ ਨਾਲ ਉੱਠ ਕੇ ਮੋਢਿਆਂ ਤੋਂ ਨਾਈ ਨੂੰ ਫੜ ਕੇ ਪਟਕਾ ਮਾਰਿਆ। ਵਿਚਾਰਾ ਖੇਨੂ ਵਾਂਗ ਰਿੜਦਾ ਪਰੇ ਜਾ ਪਿਆ ਔਰ ਕਨਿਆ ਮਸਤ ਸ਼ੇਰ ਵਾਂਗ ਹੋ ਖੜੋਤੀ। ਇਸ ਦੀ ਸੁੰਦਰਤਾ ਪਰ ਗੁੱਸੇ ਦਾ ਲਹੂ ਚਿਹਰੇ ਉੱਤੇ ਸਵਾਰ ਖਲਕਤ ਦੇਖ ਕੇ ਦੰਗ ਰਹਿ ਗਈ ਤੇ ਨਵਾਬ, ਜਿਸ ਦੇ ਮਨ ਵਿੱਚ ਰੂਪ ਦਾ ਪਿਆਰ ਸੀ, ਇਉਂ ਚਕਰਿਤ ਰਹਿ ਗਿਆ ਜਿਵੇਂ ਬਿਜਲੀ ਵਜਿਆ ਆਉਂਦਾ ਹੈ। ਮੁੱਲਾ ਨੇ ਤੁਰਤ ਦੋ ਸਿਪਾਹੀਆਂ ਨੂੰ ਅੱਖ ਮਾਰੀ, ਜਿਨ੍ਹਾਂ ਨੇ ਬਹਾਦਰ ਸੁਰਸਤੀ ਨੂੰ ਫੜ ਲਿਆ ਔਰ ਪਿਛਲੇ ਪਾਸੇ ਹੱਥ ਕਰਕੇ ਮੁਸ਼ਕਾਂ ਕੱਸ ਦਿੱਤੀਆਂ। ਨਵਾਬ ਵੇਖ ਕੇ ਕੁੜ ਰਿਹਾ ਸੀ, ਪਰ ਕੀ ਕਰ ਸਕਦਾ ਸੀ? ਮੁੱਲਾ ਦੇ ਖਲਕਤ ਕੋਲੋਂ ਡਰਦਾ ਸੀ ਕਿ ਜੇ ਮੈਂ ਕੁਝ ਆਖਦਾ ਹਾਂ ਤਾਂ ਕਹਿਣਗੇ ਕਿ ਕਾਫਰਾਂ ਪੁਰ ਦਇਆ ਕਰਦਾ ਹੈ। ਭਾਵੇਂ ਪੱਲੋ ਪੱਲੀ ਨੂੰ ਮੇਰੀ ਬੇਗਮ ਬਣੇਗੀ, ਪਰ ਅਜੇ ਤਾਂ ਕਾਫਰ ਹੀ ਹੈ ਨਾ। ਇੰਨੇ ਵਿੱਚ ਨਾਈ ਹੋਰੀ ਵੀ ਉੱਠੇ, ਫਿਰ ਆਪਣਾ ਆਪ ਸੰਭਾਲ ਕੇ ਵਧਣਾ ਚਾਹਿਆ। ਇਸ ਵੇਲੇ ਸੁਰਸਤੀ ਦੀ ਅਸਚਰਜ ਦਸ਼ਾ ਸੀ। ਉਹ ਡਾਢੇ ਪ੍ਰੇਮ ਤੇ ਨਿਮਰਤਾ ਨਾਲ ਪਿਆਰੇ ਭਰਾ ਦੀ ਡਰਾਵਣੀ ਦਸ਼ਾ ਵੇਖ ਰਹੀ ਸੀ। ਨਾਲੇ ਆਪਣੀ ਕਿਸਮਤ ਵੱਲ ਵੇਖ ਕੇ ਚਿੰਤਾ ਵਿੱਚ ਡੁੱਬ ਰਹੀ ਸੀ ਕਿ ਹਾਏ, ਮੈਂ ਨਿਕਰਮਣ ਦੇ ਪਿੱਛੇ ਅਜੇ ਸੂਰਬੀਰ ਭਰਾ ਨਾਲ ਇਹ ਦਸ਼ਾ ਹੁੰਦੀ ਹੈ।
इन्हें विच बाजार विचों एक घट्टे दा गुबार दिसिया। खड़खड़ दी डाढ़ी आवाज़ आई। किसे जाता हनेरी, किसे जाता कोई घर टट्ठा, किसे समझिया कि करड़ा भूचाल आ गया, किसे जाता कि कोई हाकम सवारा नाल इस खुशी विच शामिल होण लई आ रहा है। पर सब अखां उधर गड्डियां गईयां। एक अख दे फोर विच उस घट्टे दा रसाला बन गया और बाजार विच खड़े सिपाहियां नाल कट वड़ छिड़ पई ते एक दस्ते दे सवारा ने घोड़ियां नूं अड्डियां ला मसीतां अंदर जांदे ही फतेह दा जयकारा गजा बलवंत सिंह करके आवाज मारी और दूजी पल विच किसे बली हथ ने बज्जा बलवंत सिंह चुक के घोड़े उत्ते सट लिया और एक होर हथ ने सुरस्ती नूं चुक के घोड़े ते रख लिया ते घोड़े मोड़ के विचों दी चीर के निकले। बाकी दा जत्था जो नाल सी वाड़ वांगू आले दुआले हो गया ते हरन दा आवाज़ां हुंदियां सार जिक्र बिजली किसे लहलवांदे खेत विच क्यों के लोप हो जांदी है, एक और ए चाणचक आण पई सिखां दी फौज मसीतों बाहर हो शहर दे वड्डे बाजार थाणी पूर्वी बूहे वालों निकलण नूं दबा दब घोड़े सुट्टी जा रही सी कि अचानक मोर्चे दे आगू ने थम दा बचन किया और एक पल विच सारा दस्ता खड़ा हो गया। कारण ਇਹ ਸੀ कि उस दरवाजे पर पहरे दे सिपाहियां ने जो पहलों तां ਇਹ समझे सन कि कोई प्राहुणा हाकम फौज सने आ रहा है ते नेड़े आए सिख सिंजाण के काली नाल लुक गए सन, कुमुक सद के रोक दा समयान कर लिया सी। ਇਹ दशा वेख के सरदार शाम सिंह ने 94 बंदूकची अगे कीते। इन्हां ने पहला एक नज़र नाल तोपची वेखे, फिर इस फुर्ती नाल बंदूकां निशाने करके सर कीतियां कि दोवें तोपची घुग्गियां वांग हेठां आ पए। उन्हां दे डिगदियां ही सरदार शाम सिंह ने 10 सिख होर अगे कीते। इन्हां ने थोड़े चिर विच ही तीरां दी अजई बौछाड़ कीती कि दरवाजे दे उपरले जिन्ने मनुख सन विन सिटे और फिर हुम हुमा के दरवाजे नूं जा पए ते बदाम दे छिलण वांग उसनूं भन सिटिया। बाहर एक फौज दा दस्ता खड़ा सी। शाम सिंह ने एक अजिही सैनत की कि सारी फौज तलवारां धू के सज्जे खब्बे वाउंदी सरपट घोड़े सिटदी वैरी नूं चीरदी होई दूर निकल गई। चौथा कांड। जद 5-7 को निकल गए तद एक खुला मैदान हरे हरे खेतां दे विचकार देख के फौज ने उतारा कीता। घोड़े बिरछा नाल बन दिते ते घाह पट्ठा पाया। कुछ खाण पीण दे आहार विच पिंड वल गए। सरदार शाम सिंह जी एक कपड़ा विछा के बैठे। बलवंत सिंह ते सुरस्ती दे हत्थां पैरां दे बंद खोले गए और सरदार जी दे पास आंदे गए। इस वेले दा समां देखण योग सी। हर एक बहादुर सिंह आउंदा ते बलवंत सिंह नूं घुट-घुट के मिलदा और सुरस्ती नूं हथ जोड़ के फतेह गजाउंदा। छेकड़ जद सब मिल चुके और अनेकां वेर गुरबर अकाल दे जयकारियां नाल आकाश नूं गुंजा चुके तद सरदार जी दे इशारे नाल बलवंत सिंह ते सुरस्ती सरदार पास आ बैठे। पहले तां बलवंत सिंह ने सिरबीती सुनाई और उन्हां दुखां दा समाचार दसिया जो कैद तो मगरों उसनूं ते सुरस्ती नूं झलणे पे। कीकूं कैद विच उन्हां नूं दुख दिते जांदे, कीकूं रोज़ रोज़ उपदेश दिते जांदे ते फिर अनेकां लाले दिखाए जांदे। पर छेकड़ बलवंत सिंह ने ठंडा साह भर के कहा कि भैण जी नूं घर पाउण दी नीयत जो नवाब दी सी, ये कष्ट सब तो भारा सी। जद वो कह चुका तां सरदार जी ने दसिया कि तेरा पता सुणदियां ही असां जंगलो जंगली चढ़ाई कीती कि चुप चुपाते पहुंच सकीए, पर रस्ता खुंज गए, इस करके देर लग गई। अज सवेरे साड़ी आस दा लक टुट गया सी कि हुण वेले सिर पहुंच के बलवंत सिंह नूं बचाउणा खरा कठिन हो गया है। पर धन गुरु जी हन, उन्हां ने तुहाडा दोहां दा धर्म कायम रखना सी। सूरज चढ़े असी अजे इत्थां निकले जिथों पता कड्ढण तो मालूम होया कि शहर इत्थों निरा 5-6 कोह ते है। खबरे इस विच गुरु जी ने भला ही कीता जो असी ठीक वेले सिर आ पहुंचे और बहुत थोड़ी जी लड़ाई विच ही कजिया पार होया। नहीं तां जे युद्ध होंदा तां असी थोड़े सां ते तुरकां दी फौज इत्थे चौखी सी, फिर जितना औखा हो जांदा। इस प्रकार दे बचन ढेर चिर होंदे रहे।
ਹੁਣ ਪਿੰਡ ਵੱਲ ਜੋ ਸਿੱਖ ਦਾਣਾ ਖਾਣਾ ਲੈਣ ਗਏ ਸਨ ਮੁੜ ਆਏ ਕਿ ਹਿੰਦੂ ਇੱਥੇ ਘੱਟ ਹਨ, ਤੁਰਕਾਂ ਦਾ ਜ਼ੋਰ ਹੈ, ਕੋਈ ਵੀ ਰੋਟੀ ਪਾਣੀ ਨਹੀਂ ਦਿੰਦਾ, ਮੁੱਲ ਵੀ ਦੇ ਚੁੱਕੇ ਹਾਂ ਤਦ ਵੀ ਨਹੀਂ ਦਿੰਦੇ, ਤੇ ਹਿੰਦੂ ਥੋੜੇ ਤੇ ਗਰੀਬ ਹੋਣ ਕਰਕੇ ਇਹਨਾਂ ਤੋਂ ਥਰ-ਥਰ ਕੰਬਦੇ ਹਨ। ਸ਼ਾਮ ਸਿੰਘ ਬੋਲਿਆ, ਪੈਂਚਾਂ ਨੂੰ ਫੜ ਲਿਆਓ। ਸਿੱਖਾਂ ਨੇ 2 ਪੁਰਖ ਅੱਗੇ ਕੀਤੇ ਕਿ ਇਹ ਪੈਂਚ ਹਨ ਜੋ ਫੜ ਆਂਦੇ ਹਨ। ਸ਼ਾਮ ਸਿੰਘ, ਕਿਉਂ ਚੌਧਰੀਓ, ਖਾਣਾ ਕਿਉਂ ਨਹੀਂ ਦਿੰਦੇ? ਪੈਂਚ, ਪਾਤਸ਼ਾਹ ਦਾ ਹੁਕਮ ਨਹੀਂ। ਸ਼ਾਮ ਸਿੰਘ, ਇਸ ਵੇਲੇ ਪਾਤਸ਼ਾਹ ਖਾਲਸਾ ਹੈ। ਪੈਂਚ, ਖਾਲਸੇ ਦਾ ਕੀ ਪਤਾ ਹੈ? ਬਦਲ ਛਾਇਆ ਵਾਂਗ ਹੁਣੇ ਹੈ ਤੇ ਹੁਣੇ ਗੁੰਮ, ਤੁਸੀਂ ਕੱਲ ਖਬਰੇ ਕਿੱਥੇ ਹੋਵੋਗੇ? ਸ਼ਾਮ ਸਿੰਘ, 10-20 ਜਣੇ ਜਾ ਕੇ ਪਿੰਡ ਵਿੱਚੋਂ ਖਾਣ ਪੀਣ ਨੂੰ ਲੈ ਆਓ, ਪਰ ਕਿਸੇ ਤੀਵੀਂ ਬਾਲ ਨੂੰ ਦੁੱਖ ਨਾ ਦੇਣਾ ਤੇ ਨਾ ਹੀ ਖਾਣ ਦੀਆਂ ਚੀਜ਼ਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਛੇੜਨਾ। ਸਰਦਾਰ ਇਹ ਹੁਕਮ ਦੇ ਰਿਹਾ ਸੀ ਕਿ 3-4 ਮੁਸਲਮਾਨੀਆਂ ਬੁਰਕੇ ਪਹਿਨੀ ਹੌਲੀ ਹੌਲੀ ਰੋਂਦੀਆਂ ਆ ਖਲੋਤੀਆਂ ਔਰ ਨਾਲ ਇੱਕ 14 ਵਰੇ ਦੇ ਬਾਲ ਨੂੰ ਲਿਆਈਆਂ। ਉਸ ਦੀ ਜ਼ੁਬਾਨੀ ਬੇਨਤੀਆਂ ਕਰਨ ਲੱਗੀਆਂ ਕਿ ਆਪ ਸਾਡੇ ਮਰਦਾਂ ਨੂੰ ਮਾਰੋ ਨਹੀਂ ਅਤੇ ਨਾ ਕੁਝ ਵਧੀਕੀ ਹੀ ਕਰੋ, ਜੋ ਕੁਝ ਮੰਗਦੇ ਹੋ ਅਸੀਂ ਦੇ ਦਿੰਦੀਆਂ ਹਾਂ। ਸਰਦਾਰ, ਬਸ ਰੋਟੀਆਂ ਚਾਹੀਏ। ਤੀਵੀਆਂ, ਅਸੀਂ ਹੁਣੇ ਇੰਦਵਾਣੀਆਂ ਤੋਂ ਪੂਰਾ ਦੇ ਪੂਰ ਰੋਟੀਆਂ ਦੇ ਪਕਵਾ ਕੇ ਘੱਲ ਦਿੰਦੀਆਂ ਹਾਂ, ਪਰ ਤੁਸੀਂ ਸਾਡੇ ਮਰਦਾਂ ਨੂੰ ਤਾਂ ਕੁਛ ਨਾ ਕਹੋਗੇ। ਸ਼ਾਮ ਸਿੰਘ, ਨਹੀਂ, ਅਸੀਂ ਅੰਨ ਦਾ ਮੁੱਲ ਦਿੰਦੇ ਹਾਂ, ਪਰਜਾ ਨੂੰ ਲੁੱਟਣਾ ਜਾਂ ਮਾਰਨਾ ਖਾਲਸੇ ਦਾ ਕੰਮ ਨਹੀਂ। ਪਾਤਸ਼ਾਹ ਸੈਨਾ ਦੀ ਅੱਖੀ ਘੱਟਾ ਪਾਉਣਾ, ਫੌਜਾਂ ਨੂੰ ਹਰਾ ਕੇ ਖਜ਼ਾਨੇ ਲੁੱਟ ਲੈ ਜਾਣੇ ਸਾਡਾ ਕੰਮ ਹੈ। ਅਸੀਂ ਜ਼ੁਲਮ ਦੇ ਵੈਰੀ ਹਾਂ, ਪਰਜਾ ਦੇ ਦੁਸ਼ਮਣ ਨਹੀਂ ਹਾਂ। ਜਾਓ ਛੇਤੀ ਕਰੋ, ਖਾਲਸਾ ਕਾਜੇ ਹੈ, ਮੁੱਲ ਲਓ, ਅੰਨ ਦਿਓ, ਮਰਦ ਤੁਹਾਡੇ ਸੁਖੀ ਵਸਣ। ਤੀਵੀਆਂ ਤੁਰੰਤ ਪਿੰਡ ਗਈਆਂ ਔਰ ਸਾਰੀਆਂ ਹਿੰਦਵਾਣੀਆਂ ਨੂੰ ਘਰਾਂ ਥੀ ਕੱਢ ਆਟਾ ਦਾਲ ਕੋਲੋਂ ਦੇ ਕੇ ਪਕਾਉਣ ਡਾ ਦਿੱਤਾ। ਕਈ ਤੰਦੂਰ ਤਪ ਗਏ, ਕਈ ਲੋਹਾਂ ਧਰੀਆਂ ਗਈਆਂ, ਕਈ ਦੇਗਚੇ ਦਾਲਾਂ ਦੇ ਚੜ ਗਏ। ਰੋਟੀਆਂ ਪੱਕਦੀਆਂ ਤਾਂ ਖਾਲਸੇ ਨੇ 1-2 ਖੇਤ ਗਾਜਰਾਂ ਦੇ ਮੁਕਾਏ। ਜਦ ਦਾਲਾਂ ਤੇ ਰੋਟੀਆਂ ਆਈਆਂ ਤਾਂ ਰੱਜ ਕੇ ਛਕੀਆਂ। ਤ੍ਰਿਪਤ ਹੋ ਕੇ ਪੈਂਚਾਂ ਨੂੰ ਛੱਡ ਦਿੱਤਾ। ਆਟੇ ਦੇ ਮੁੱਲ ਵਜੋਂ ਤੇ ਗਾਜਰਾਂ ਦਾ ਮੁੱਲ ਕਰਕੇ ਕੁਝ ਮੋਹਰਾਂ ਦੇ ਕੇ ਕੂਚ ਦਾ ਹੁਕਮ ਦੇ ਦਿੱਤਾ। ਇਸ ਹੁਕਮ ਦੇ ਹੁੰਦਿਆਂ ਸਿੱਖਾਂ ਦੀ ਫੁਰਤੀ ਦੇਖਣ ਯੋਗ ਸੀ। ਦੇਖਦੇ ਦੇਖਦੇ ਹੀ ਸਾਰੇ ਸਵਾਰ ਹੋ ਪਏ ਔਰ ਚੜ੍ਹਾਈ ਦਾ ਸ਼ਬਦ ਸੁਣ ਕੇ ਖਾਲਸੇ ਦੀ ਫੌਜ ਬਸੰਤ ਰੁੱਤ ਦੀ ਪੌਣ ਵਾਂਗੂ ਸਹਿਜੇ ਸਹਿਜੇ ਤੁਰ ਪਈ ਔਰ ਕੁਝ ਚਿਰ ਮਗਰੋਂ ਨਜ਼ਰਾਂ ਥੀ ਓਲੇ ਹੋ ਗਈ। ਜਾਂ ਪਰਛਾਵੇਂ ਢਲਣ ਦਾ ਵੇਲਾ ਹੋਇਆ ਤਾਂ ਤੁਰਕਾਂ ਦੀ ਫੌਜ ਦਾ ਇੱਕ ਦਸਤਾ ਇਸੇ ਪਿੰਡ ਆ ਪਹੁੰਚਾ ਔਰ ਪੈਂਚਾਂ ਨੂੰ ਸਦਵਾ ਕੇ ਫੌਜ ਦੇ ਸਰਦਾਰ ਨੇ ਪੁੱਛਿਆ ਕਿ ਇਸ ਪਾਸਿਓਂ ਕੋਈ ਸਿੱਖਾਂ ਦੀ ਫੌਜ ਲੰਘੀ ਹੈ? ਪੈਂਚ, ਹਾਂ ਹਜ਼ੂਰ, ਇੱਥੇ ਉਤਰੀ ਸੀ ਅਤੇ ਰੋਟੀ ਪਾਣੀ ਖਾ ਕੇ ਥੋੜਾ ਚਿਰ ਹੋਇਆ ਗਈ ਹੈ। ਸਰਦਾਰ, ਰੋਟੀ ਕਿਸ ਨੇ ਦਿੱਤੀ? ਪੈਂਚ, ਪਿੰਡ ਦੇ ਹਿੰਦੂਆਂ ਨੇ। ਸਰਦਾਰ, ਕਿਸੇ ਮੁਸਲਮਾਨ ਨੇ ਵੀ? ਪੈਂਚ, ਨਹੀਂ ਜੀ, ਮੁਸਲਮਾਨ ਕਦੇ ਕਾਫਰਾਂ ਦੀ ਮਦਦ ਕਰਦੇ ਹਨ ਖੁਸ਼ੀ ਨਾਲ, ਇਹਨਾਂ ਹਿੰਦੂਆਂ ਨੂੰ ਤਾਂ ਸਿੱਖ ਵੇਖ ਚੰਦ ਚੜ ਗਿਆ ਸੀ। ਇਹ ਗੱਲ ਸੁਣ ਕੇ ਮੁਗਲ ਸਰਦਾਰ ਨੂੰ ਰੋਹ ਚੜ ਗਿਆ ਤੇ ਉਸੇ ਵੇਲੇ ਹਿੰਦੂਆਂ ਨੂੰ ਫੜ ਮੰਗਵਾਇਆ। ਨਾ ਕੋਈ ਪੁੱਛ ਨਾ ਗਿੱਛ ਨਾ ਦੋਸ਼ ਸਬੂਤ ਕੀਤਾ, ਐਵੇਂ ਅੰਨ੍ਹੇਵਾਹ ਮਾਰ ਕੁਟਾਈ ਤੇ ਉਤਰ ਪਏ। ਰੋਟੀ ਆਪ ਦਿੱਤੀ ਸਾਨੇ, ਫਸਾ ਦਿੱਤਾ ਵਿਦੋਸ਼ੀਆਂ ਨੂੰ। ਇਸ ਬੇਤਰਸੀ ਦੀ ਮਾਰ ਕੁੱਟ ਵਿੱਚ ਕਈ ਵਿਚਾਰੇ ਜਾਨੋਂ ਹੀ ਮਾਰੇ ਗਏ। ਇੱਕ ਨਵੀਂ ਵਿਆਹੀ ਇਸਤਰੀ ਦੇ ਭਰਾਤਾਂ ਨੂੰ ਮਾਰ ਦਿੱਤਾ ਤੇ ਉਸ ਮੁਟਿਆਰ ਨੂੰ ਨਿਕਾਹ ਵਿੱਚ ਲਿਆਉਣ ਦਾ ਹੁਕਮ ਦਿੱਤਾ। ਤਦ ਉਸ ਧਰਮੀ ਤੀਵੀ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਮੇਰੇ ਭਰਾਤਾਂ ਨਾਲ ਮਾਰ ਦਿਓ, ਪਰ ਇਹ ਗੱਲ ਕੌਣ ਮੰਨਦਾ ਸੀ। ਨਿਰਾਸ਼ ਹੋ ਕੇ ਉਸ ਤੀਵੀ ਨੇ ਡਾਢੀ ਫੁਰਤੀ ਨਾਲ ਵੱਧ ਕੇ ਸਰਦਾਰ ਦੀ ਅੱਖ ਪਰ ਅਜਿਹਾ ਘੁਸਨ ਜੜਿਆ ਕਿ ਉਸ ਦੀ ਅੱਖ ਫਿਸ ਗਈ ਔਰ ਬੇਸੁੱਧ ਲੇਟ ਗਿਆ। ਇਹ ਵੇਖ ਕੇ ਇੱਕ ਪਠਾਨ ਨੇ ਬੇਵੱਸਿਆ ਹੋ ਕੇ ਤਲਵਾਰ ਸੂਤ ਕੇ ਅਜਿਹੀ ਮਾਰੀ ਜੋ ਉਸ ਧਰਮੀ ਇਸਤਰੀ ਦਾ ਸਿਰ ਅੱਡ ਹੋ ਗਿਆ ਔਰ ਤਲਵਾਰ ਦੀ ਨੋਕ ਸਰਦਾਰ ਦੀ ਛਾਤੀ ਵਿੱਚ ਜਾ ਵੱਜੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।